गुरु गरीब निवाज धन धन श्री गुरु ग्रंथ साहिब जी महाराज। सुनो बिनंतिया स्वामी मेरे राम, कोट पराध परे पी तेरे चेरे राम। राख लिहो हम ते बिगड़ी, शील धर्म जप भगत न कीनी। हो अभिमान टेढ़ पगड़ी। सजन सच्चा पातशाह सिर शाहां दे शाह, जिस पास बैठिया सोईए सबना दा साहू। सतनाम श्री वाहिगुरु साहिब जी। सोरठ महला नावा। मन रे प्रभ की शरण विचारो, जेह सिमरत गनकासी उदरी। ताको जस उरतारो, मन रे प्रभ की शरण विचारो, जेह सिमरत गनकासी उदरी। ताको जस उरतारो, रहाओ अटल भयो ध्रुव जाकै सिमरना। आर निरभै पद पाया, दुख हरता एह बिद को स्वामी। ता काहि बिसराया, जब ही शरण गही कृपा निद। गज गराह ते छूटा, महिमा नाम कहा लो बरनो। राम कहत बंधन तेह टूटा, अजामल पापी जग जाने। निमख माहे निस्तारा, नानक कहत चेत चिंता मन। तापी उतरे पारा, अजामल पापी जग जाने। निमख माहे निस्तारा, नानक कहत चेत चिंता मन। तापी उतरह पारा। वाहिगुरु जी का खालसा, वाहिगुरु जी की फतेह।
ਸਨਮਾਨ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹੋ, ਸਾਹਿਬ ਨਸੀਬ ਹੋ, ਉੱਤਮ ਕਰਮਾਂ ਵਾਲੇ ਹੋ। ਜੋ ਪਰਮ ਪਿਤਾ ਦਿਆਲੂ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ਾਂ ਰਹਿਮਤਾਂ ਭਰੇ ਪਵਿੱਤਰ ਪਾਵਨ ਸੱਚਖੰਡ ਸਥਾਨ ਸ੍ਰੀ ਹਰਿਮੰਦਰ ਸਾਹਿਬ ਗੁਰੂ ਕੀਆਂ ਬਖਸ਼ਿਸ਼ਾਂ, ਗੁਰੂ ਕੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹਾਂ ਅਤੇ ਦੇਸ਼ ਵਿਦੇਸ਼ ਵਿੱਚ ਦੂਰ ਦਰਾਡੇ ਬੈਠੇ ਹੋਏ ਇੰਟਰਨੈਟ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸੁਰਤ ਨਾਲ ਗੁਰੂ ਦੇ ਸ਼ਬਦ ਨਾਲ ਸਨੇਹ ਕਰਕੇ ਆਪ ਜੀ ਅੰਮ੍ਰਿਤ ਵੇਲੇ ਤੋਂ ਆਨੰਦ ਮਾਣ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਸੰਸਾਰ ਦੇ ਭਲੇ ਹਿੱਤ ਕੀਤੀ ਹੈ। ਅੰਮ੍ਰਿਤ ਵੇਲੇ ਦੇ ਆਏ ਹੋਏ ਪਵਿੱਤਰ ਪਾਵਨ ਮੁੱਖ ਵਾਕ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਸਤਿਗੁਰੂ ਮਹਾਰਾਜ ਜੀ ਨੇ ਬਖਸ਼ੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਵਿੱਤਰ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਏ ਸੋਰਠ ਰਾਗ ਅੰਦਰ ਪਾਵਨ ਗੁਰਫਰਮਾਨ, ਜਿਸ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਆਪ ਨੂੰ ਸਮਝਾਉਣ ਹਿੱਤ, ਆਪਣੇ ਆਪ ਨਾਲ ਗੱਲ ਕਰਨ ਵਾਸਤੇ ਮਨ ਨੂੰ ਮਾੜੇ ਪਾਸੇ ਤੋਂ ਹੋੜ ਕੇ ਗੁਰੂ ਦੀ ਬਖਸ਼ਿਸ਼ ਨਾਲ ਨੇਕੀ ਚੰਗਿਆਈ ਵਾਲੇ ਪਾਸੇ, ਗੁਰਮਤਿ ਗਾਡੀ ਰਾਹ ਤੇ ਤੋਰਨ ਵਾਲੇ ਪਾਸੇ ਲਈ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ 'ਚ ਇਹ ਪੱਖ ਬਹੁਤ ਜ਼ਿਆਦਾ ਆਇਆ ਕਿ ਮਨ ਨਾਲ ਮਹਾਰਾਜ ਜੀ ਨੇ ਸੰਬੋਧਨ ਹੋ ਕੇ ਗੱਲ ਕੀਤੀ ਹੈ। ਆਪ ਜੀ ਸ਼ਲੋਕਾਂ ਵਿੱਚ ਵੀ ਵਾਰ-ਵਾਰ ਇਹ ਬਚਨ ਪੜ੍ਹਦੇ ਹੋ, ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਜੀ ਨੇ ਵਾਰ-ਵਾਰ ਆਪਣੇ ਮਨ ਨੂੰ ਸੰਬੋਧਨ ਕੀਤਾ। ਧਰਮ ਦੀ ਦੁਨੀਆ ਵਿੱਚ ਇਹ ਵਿਸ਼ਾ ਬਹੁਤ ਔਖਾ ਹੈ। ਬਾਹਰੋਂ ਦੂਸਰੇ ਨੂੰ ਸਮਝਾਉਣਾ, ਦੂਸਰੇ ਨੂੰ ਉਪਦੇਸ਼ ਦੇਣਾ, ਦੂਸਰੇ ਨੂੰ ਗਿਆਨ ਦੇਣਾ, ਦੂਸਰੇ ਦੇ ਔਗੁਣ ਵੇਖ ਲੈਣੇ, ਦੂਸਰੇ ਦੇ ਔਗੁਣਾਂ ਦਾ ਵਾਰ-ਵਾਰ ਜ਼ਿਕਰ ਕਰਨਾ, ਇਹ ਬੜਾ ਔਖਾ ਹੈ। ਇਹ ਬਹੁਤ ਸੌਖਾ ਹੈ, ਪਰ ਆਪਣੇ ਔਗੁਣ ਵੇਖਣੇ, ਆਪਣੇ ਆਪ ਨਾਲ ਗੱਲ ਕਰਨੀ, ਸਵੈਮ ਨੂੰ ਪੜਚੋਲਣਾ, ਇਹ ਬਹੁਤ ਔਖਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਜਦੋਂ ਤੱਕ ਅਸੀਂ ਇਹ ਸੁਭਾਅ ਬਣਾਈ ਰੱਖਦੇ ਹਾਂ ਕਿ ਦੂਜਿਆਂ ਦੇ ਔਗੁਣ ਤੱਕਦੇ ਹਾਂ, ਦੂਜਿਆਂ ਦਾ ਜ਼ਿਕਰ ਕਰਦੇ ਹਾਂ, ਤੇ ਇਸ ਭੁਲੇਖੇ ਵਿੱਚ ਰਹਿੰਦੇ ਹਾਂ ਵੀ ਜੋ ਵੀ ਬੁਰਾਈਆਂ ਨੇ ਉਹ ਤੇ ਦੂਜਿਆਂ ਵਿੱਚ ਹੀ ਨੇ, ਮੇਰੇ ਵਿੱਚ ਤੇ ਨਹੀਂ। ਪਰ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਵੀ ਦੂਸਰਿਆਂ ਦੀਆਂ ਬੁਰਾਈਆਂ, ਦੂਜਿਆਂ ਦੇ ਔਗੁਣ ਗਿਣ ਕੇ, ਵਿਚਾਰ ਕੇ ਤੈਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ। ਜੇ ਤੂੰ ਦੂਸਰਿਆਂ ਵਿੱਚ ਵੇਖਣੇ ਨੇ ਤੇ ਗੁਣ ਵੇਖ, ਆਪਣੇ ਆਪ ਵਿੱਚ ਵੇਖਣੇ ਨੇ ਤੇ ਔਗੁਣ ਵੇਖ। ਮਹਾਰਾਜ ਜੀ ਨੇ ਇਹ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਆਪ ਸਾਰੇ ਮਾਈ ਭਾਈ ਅਸੀਸ ਬਖਸ਼ੋ, ਗੁਰੂ ਬਖਸ਼ਿਸ਼ ਕੀਤੀ, ਗੁਰੂ ਫਤਿਹ ਪ੍ਰਵਾਨ ਕਰੋ। ਸਾਹਿਬ ਜੀ ਦੇ ਪਵਿੱਤਰ ਬਚਨ ਦੀ ਵਿਚਾਰ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ।
ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਸਤਿਗੁਰੂ ਪਾਤਸ਼ਾਹ ਜੀ ਨੇ ਸੋਰਠ ਰਾਗ ਅੰਦਰ ਹੀ ਬਖਸ਼ਿਸ਼ ਕੀਤੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਏ ਧੁਰ ਕੀ ਪਾਵਨ ਬਾਣੀ ਦੇ ਪਵਿੱਤਰ ਫੁਰਮਾਨ। ਮਹਾਰਾਜ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੈ। ਇਹ ਮਨ, ਤੂੰ ਵਾਹਿਗੁਰੂ ਦੀ, ਪ੍ਰਭੂ ਦੀ, ਮਾਲਕ ਦੀ ਸ਼ਰਨ ਵਿੱਚ ਆ। ਤਨ ਕਰਕੇ ਤੇ ਆਪਾਂ ਆਉਂਦੇ ਹਾਂ, ਤਨ ਕਰਕੇ ਆਉਣਾ ਸੌਖਾ ਵੀ ਹੈ, ਪਰ ਕਈ ਵਾਰੀ ਐਸਾ ਹੁੰਦਾ ਵੀ ਆਪਾਂ ਤਨ ਕਰਕੇ ਆ ਜਾਂਦੇ ਹਾਂ, ਮਨ ਕਰਕੇ ਨਹੀਂ ਆਉਂਦੇ। ਮਨ ਕਿਤੇ ਹੋਰ ਭਟਕਦਾ ਰਹਿੰਦਾ। ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਭਾਵ ਹੈ ਵੀ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੋ ਗਏ। ਗੁਰੂ ਦੀ ਗੱਲ ਨੂੰ ਮੰਨ ਲਿਆ, ਗੁਰੂ ਦੇ ਬਚਨ ਤੇ ਯਕੀਨ ਕਰ ਲਿਆ, ਗੁਰੂ ਦੇ ਬਚਨ ਤੇ ਭਰੋਸਾ ਕਰ ਲਿਆ, ਔਰ ਮਨ ਵਿੱਚ ਇੱਕ ਮਾਲਕ ਤੋਂ ਬਿਨਾ ਕਿਸੇ ਹੋਰ ਦੀ ਟੇਕ, ਕਿਸੇ ਹੋਰ ਦਾ ਭਰੋਸਾ, ਕਿਸੇ ਹੋਰ ਤੇ ਯਕੀਨ ਨਾ ਹੋਵੇ। ਮਨ ਦੀ ਭਟਕਣਾ ਤੇ ਹੀ ਹੈ ਨਾ। ਦੁਨਿਆਵੀ ਸੁੱਖਾਂ ਦੀ ਖਾਤਰ ਕਦੀ ਕਿਸੇ ਕੋਲ, ਕਦੀ ਕਿਸੇ ਕੋਲ ਜਾਏਗਾ, ਭਰਮ ਵਿੱਚ ਪਏਗਾ, ਭਟਕੇਗਾ। ਸਤਿਗੁਰਾਂ ਨੇ ਕਿਰਪਾ ਕੀਤੀ, ਮਨਾ ਤੂੰ ਇਹ ਭਟਕਣਾ ਛੱਡ ਦੇ। ਥੋੜਾ ਭਟਕਿਆ ਕਿਤੇ, ਹੁਣ ਤੱਕ ਭਟਕ ਹੀ ਰਿਹਾ। ਸਾਰੇ ਪਾਸੇ ਛੱਡ ਕੇ ਇੱਕ ਮਾਲਕ ਦਾ ਆਸਰਾ, ਮਾਲਕ ਦੀ ਓਟ ਲੈ ਤੇ ਸਦੀਵ ਕਾਲ ਵਾਸਤੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਦਾ ਆਪਣੇ ਮਨ ਨੂੰ ਪੱਕਾ ਕਰਕੇ ਉਹਦੀ ਸ਼ਰਨ ਵਿੱਚ ਆ ਜਾ। ਜਿਹ ਸਿਮਰਤ ਗਨਕਾ ਸੇ ਉਦਰੀ, ਤਾ ਕੋ ਜਸ ਉਰ ਧਾਰੂ। ਜਿਹੜਾ ਉਸ ਮਾਲਕ ਦੀ ਸ਼ਰਨ ਵਿੱਚ ਆ ਗਿਆ, ਜਿਹਦੀ ਭਟਕਣਾ ਮੁੱਕ ਗਈ, ਜਿਹਦਾ ਡਗਮਗਾਉਣਾ ਮੁੱਕ ਗਿਆ, ਉਸ ਵਾਹਿਗੁਰੂ ਦੀ ਜਿਹਨੇ ਸ਼ਰਨ ਲੈ ਲਈ, ਉਹਦਾ ਪਾਰੋ ਤਾਰਾ ਹੋ ਗਿਆ। ਤੇ ਮਾਲਕ ਦਾ ਇਹ ਸੁਭਾਅ ਹੈ ਕਿ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏ ਨਾ, ਫਿਰ ਉਹਦੇ ਔਗੁਣ ਨਹੀਂ ਵੇਖਦਾ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਜਿੱਡੇ ਮਰਜ਼ੀ ਉਹਦੇ ਵਿੱਚ ਔਗੁਣ ਹੋਣ, ਜਿੰਨੀਆਂ ਮਰਜ਼ੀ ਖਾਮੀਆਂ ਹੋਣ, ਜਿੰਨੇ ਮਰਜ਼ੀ ਵਿਕਾਰ ਹੋਣ, ਜਿਹੜਾ ਮਨ ਕਰਕੇ ਮਾਲਕ ਦੀ ਸ਼ਰਨ ਅਖਤਿਆਰ ਕਰ ਲਏ ਤੇ ਹੱਥ ਜੋੜ ਕੇ ਬੇਨਤੀ ਕਰੇ, ਪਿਛਲੇ ਔਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਪਿਛਲੇ ਔਗੁਣ ਬਖਸ਼ ਲਓ, ਅੱਗੇ ਵਾਸਤੇ ਮੈਨੂੰ ਆਪਣੀ ਮਿਹਰ ਕਰਕੇ ਪਾਪਾਂ ਤੋਂ ਬਚਾ ਕੇ ਸਹੀ ਰਸਤੇ ਤੇ ਚਲਾਓ। ਤੇ ਫਿਰ ਸਤਿਗੁਰੂ ਜੀ ਤਰਸ ਕਰਦੇ ਨੇ। ਜਿਹੜਾ ਇਸ ਭਾਵਨਾ ਦੇ ਨਾਲ ਆ ਕੇ ਬੇਨਤੀ ਕਰਦਾ ਤੇ ਜੁੜਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਸਾਰੇ ਔਗੁਣ ਖਿਮਾ ਕਰ ਦਿੰਦੇ ਨੇ, ਉਹਨੂੰ ਮਾਫ ਕਰ ਦਿੰਦੇ ਨੇ। ਪਰਮਾਤਮਾ ਦਾ ਇਹ ਸੁਭਾਅ ਹੈ, ਗੁਰੂ ਦਾ ਇਹ ਸੁਭਾਅ ਹੈ, ਖਿਮਾ ਕਰਨਾ, ਬਖਸ਼ ਲੈਣਾ। ਇਸੇ ਵਾਸਤੇ ਗੁਰੂ ਦੇ ਸਿੱਖ ਦੇ ਮਨ ਵਿੱਚ ਗੁਰੂ ਦੀ ਬਖਸ਼ਿਸ਼ ਵੱਡੀ ਹੈ ਸਦੀਵ ਕਾਲ। ਤੇ ਸਿੱਖ ਨੂੰ ਇਹ ਮਾਣ ਹੈ ਵੀ ਮੇਰੇ ਔਗੁਣ, ਮੇਰੇ ਗੁਨਾਹ ਵੱਡੇ ਨਹੀਂ, ਮੇਰੇ ਗੁਰੂ ਦੀ ਬਖਸ਼ਿਸ਼ ਵੱਡੀ ਹੈ। ਜਦੋਂ ਮੈਂ ਗੁਰੂ ਦੀ ਹਜ਼ੂਰੀ ਚਾਹਾਂਗਾ ਤੇ ਗੁਰੂ ਮੈਨੂੰ ਬਖਸ਼ੇਗਾ। ਤੇ ਮਹਾਰਾਜ ਨੇ ਸਾਨੂੰ ਭਰੋਸਾ ਦਿਵਾਇਆ, ਗੁਰੂ ਕਿਵੇਂ ਬਖਸ਼ਦਾ ਹੈ। ਜਿਸ ਮਾਲਕ ਦੇ ਸਿਮਰਨ ਕਰਨ ਦੇ ਨਾਲ ਗਨਕਾ ਪਾਪਣ ਦਾ ਉਧਾਰ ਹੋ ਗਿਆ। ਇਹ ਸਾਖੀ ਆਪ ਜੀ ਨੇ ਸੁਣੀ ਹੈ ਨਾ, ਕਿ ਅਚਨਚੇਤ ਕੋਈ ਰੱਬ ਦਾ ਪਿਆਰਾ ਮਹਾਂਪੁਰਖ ਬਾਹਰ ਬਰਸਾਤ ਪੈ ਰਹੀ ਸੀ, ਬਰਸਾਤ ਤੋਂ ਬਚਣ ਵਾਸਤੇ ਵੇਸਵਾ ਦੇ ਦੁਆਰੇ ਉਹਦੇ ਛੱਜੇ ਥੱਲੇ ਖਲੋ ਗਿਆ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਚਾਣਚੱਕ ਗਨਕਾ ਵਾਲੇ ਆਏ ਖਲੋਤਾ। ਅੱਗੋਂ ਨਾ ਗਨਕਾ ਨੇ ਦਰਵਾਜ਼ਾ ਖੋਲ੍ਹਿਆ, ਵੇਖਿਆ ਵੀ ਕੋਈ ਰੱਬ ਦਾ ਪਿਆਰਾ ਹੈ, ਬੰਦਗੀ ਕਰਨ ਵਾਲਾ ਹੈ, ਬਾਹਰ ਮੀਂਹ ਤੋਂ ਡਰਦਾ, ਕਣੀਆਂ 'ਚ ਭਿੱਜਣ ਤੋਂ ਉਹ ਛੱਜੇ ਤੇ ਥੱਲੇ, ਛੱਤ ਦੇ ਥੱਲੇ ਖਲੋਤਾ ਹੈ। ਉਹਨੇ ਬੇਨਤੀ ਕੀਤੀ ਵੀ ਤੁਸੀਂ ਮਹਾਂਪੁਰਖੋ ਅੰਦਰ ਆ ਜਾਓ, ਬਰਸਾਤ ਖਤਮ ਹੋਏਗੀ, ਮੁੱਕੇਗੀ, ਫਿਰ ਚਲੇ ਜਿਓ। ਇਹ ਮਹਾਂਪੁਰਖ ਦੀ ਬੇਨਤੀ ਸੁਣ ਕੇ ਅੰਦਰ ਆ ਗਏ। ਉਹਨੇ ਸਤਿਕਾਰ ਨਾਲ ਬਿਠਾਇਆ, ਬੈਠੇ ਤੇ ਪੁੱਛ ਲਿਆ ਵੀ ਬੇਟਾ
ਤੇਰਾ ਪਰਿਵਾਰ ਕਿੱਥੇ ਹੈ, ਧੀਆਂ ਪੁੱਤ ਕਿੱਥੇ ਨੇ, ਬਾਕੀ ਹੋਰ ਜੀ। ਇਹਨੇ ਅੱਗੋਂ ਕੋਈ ਜਵਾਬ ਨਾ ਦਿੱਤਾ, ਨੀਵੀਂ ਪਾ ਲਈ। ਫਿਰ ਪੁੱਛਿਆ ਵੀ ਦੱਸ ਤੂੰ ਕੌਣ ਹੈ? ਪਰਿਵਾਰ ਤੇਰਾ, ਧੀਆਂ ਪੁੱਤ ਬੱਚੇ, ਕੰਮ ਕਰ ਕੀ ਕਰਦੀ ਹੈ? ਇਹ ਆਖਣ ਲੱਗੀ, ਮਹਾਂਪੁਰਖੋ ਮੈਂ ਕੰਮ ਕਰ ਕੀ ਕਰਨਾ, ਮੇਰਾ ਨਾ ਕੋਈ ਧੀ ਪੁੱਤ ਨਾ ਕੋਈ ਪਰਿਵਾਰ ਹੈ, ਮੈਂ ਵੇਸਵਾ ਹਾਂ। ਹੁਣ ਮਹਾਂਪੁਰਖਾਂ ਨੇ ਵੇਖਿਆ ਵੀ ਇਹਦੇ ਕੋਲ ਆਏ ਆ, ਉਹਨੇ ਸੇਵਾ ਵੀ ਕੀਤੀ ਹੈ, ਸਾਨੂੰ ਮੀਂਹ ਵਿੱਚ ਭੇਜਦਿਆਂ ਹੋਇਆਂ ਨੂੰ ਉਹਨੇ ਅੰਦਰ ਬੁਲਾਇਆ। ਆਖਣ ਲੱਗੇ, ਬੇਟਾ ਇਹ ਕਰਮ ਠੀਕ ਨਹੀਂ, ਇਹ ਜ਼ਿੰਦਗੀ ਮਿਲੀ ਹੈ, 4 ਦਿਨਾਂ ਦੀ ਇਹ ਜਵਾਨੀ ਝੱਟ ਬੁਢੇਪੇ ਵਿੱਚ ਬਦਲ ਜਾਣੀ ਹੈ। ਕਦੋਂ ਸਵਾਸ ਮੁੱਕੇ ਲੱਕੜਾਂ ਦੇ ਢੇਰ ਵਿੱਚ ਰੱਖ ਕੇ ਬਗਾਨਿਆਂ ਨੇ ਅੱਗ ਲਾ ਦੇਣੀ ਹੈ। ਜ਼ਿੰਦਗੀ ਦੀ ਇੰਨੀ ਕੁ ਖੇਡ, ਸੜਨ ਤੋਂ ਪਹਿਲਾਂ, ਮਰਨ ਤੋਂ ਪਹਿਲਾਂ, ਦੁਨੀਆ ਤੋਂ ਚਾਲੇ ਪਾਉਣ ਤੋਂ ਪਹਿਲਾਂ ਕੁਝ ਆਪਣਾ ਆਪ ਸਵਾਰ ਲੈ। ਆਖਣ ਲੱਗੀ, ਜੀ ਮੈਂ ਤੇ ਕਿਤੇ ਸਤਸੰਗ ਨਹੀਂ ਗਈ, ਮੈਂ ਕਿਤੇ ਧਰਮ ਸਥਾਨ ਨਹੀਂ ਗਈ, ਅਤੇ ਅਚਨਚੇਤ ਪਹਿਲੀ ਵਾਰੀ ਹੋਇਆ ਕਿ ਤੁਹਾਡੇ ਦਰਸ਼ਨ ਹੋਏ। ਮੇਰੇ ਕੋਲ ਕਿਸੇ ਰੱਬ ਦੇ ਪਿਆਰੇ ਨੇ ਆਉਣਾ ਨਹੀਂ, ਨਾਮ ਜਪਣ ਵਾਲੇ ਨੇ ਆਉਣਾ ਨਹੀਂ, ਕਿਉਂਕਿ ਉਹਨਾਂ ਦਾ ਰਸਤਾ ਇਸ ਪਾਸੇ ਨਹੀਂ ਹੁੰਦਾ। ਭਾਈ ਜੋਗਾ ਸਿੰਘ ਦਾ ਆਪ ਜੀ ਇਤਿਹਾਸ ਸੁਣਦੇ ਹੋ ਨਾ, ਕਲਗੀਆਂ ਵਾਲੇ ਮਹਾਰਾਜ ਨੇ ਹੱਥ ਦੇ ਕੇ ਰੱਖਿਆ ਸੀ, ਬੰਦਗੀ ਕਰਨ ਵਾਲੇ ਇਸ ਰਸਤੇ ਤੇ ਜਾਂਦੇ ਨਹੀਂ। ਤੇ ਮੇਰਾ ਪਾਪਣ ਵੀ ਵਿਚਾਰਨ ਦਾ, ਧਾਰਮਿਕ ਸਥਾਨਾਂ ਤੇ ਜਾਣਾ, ਮਹਾਂਪੁਰਖਾਂ ਕੋਲ ਜਾਣਾ, ਉਪਦੇਸ਼ ਸੁਣਨਾ, ਇਹ ਕਰਮ ਹੀ ਨਹੀਂ। ਤੇ ਮੇਰਾ ਭਲਾ ਕਿਵੇਂ ਹੋਵੇ, ਮੈਂ ਕਿਵੇਂ ਬੰਦਗੀ ਕਰਾਂ? ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਜ਼ਿਕਰ ਹੈ ਕਿ ਮਹਾਂਪੁਰਖਾਂ ਕੋਲ ਇੱਕ ਤੋਤਾ ਸੀ, ਉਹ ਰਾਮ ਨਾਮ ਜਪਦਾ। ਉਹਨਾਂ ਉਹਨੂੰ ਦੇ ਦਿੱਤਾ, ਆਖਣ ਲੱਗੇ ਵੀ ਆਹ ਲੈ ਆਪਣੇ ਕੋਲ ਰੱਖ, ਇਹ ਸਿੱਖਿਆ ਹੋਇਆ ਹੈ, ਇਹ ਰੱਬ ਦਾ ਨਾਮ ਬੋਲਦਾ ਹੈ, ਰਾਮ ਰਾਮ ਬੋਲਦਾ ਹੈ, ਇਹਦੇ ਨਾਲ ਤੂੰ ਵੀ ਬੋਲੀ, ਇਹ ਵੀ ਬੋਲੇਗਾ, ਤੂੰ ਵੀ ਬੋਲੀ। ਤੇ ਦਿਨ ਬਾ ਦਿਨ ਹੌਲੀ ਹੌਲੀ ਰੱਬ ਦੇ ਨਾਮ ਦਾ ਤੇਰੇ ਮਨ ਤੇ ਅਸਰ ਹੋਏਗਾ, ਅੰਦਰ ਦੀ ਮੈਲ ਧੁੱਪਦੀ ਜਾਏਗੀ, ਮਨ ਨਿਰਮਲ ਹੁੰਦਾ ਜਾਏਗਾ। ਇਹ ਵਿਕਾਰ, ਇਹ ਪਾਪ ਕਰਮ ਤੈਨੂੰ ਬੁਰੇ ਲੱਗਣ ਲੱਗ ਪੈਣਗੇ। ਜਿਵੇਂ ਜਿਵੇਂ ਬੁਰੇ ਲੱਗਣ, ਤਿਵੇਂ ਤਿਵੇਂ ਇਹਨਾਂ ਨੂੰ ਤਿਆਗਦੀ ਜਾਈ, ਰੱਬ ਦੇ ਨਾਮ ਨਾਲ ਸੁਰਤ ਜੋੜਦੀ ਜਾਈ। ਇਸੇ ਤਰ੍ਹਾਂ ਕੀਤਾ। ਤੋਤੇ ਨੂੰ ਲੈ ਕੇ ਬੈਠ ਜਾਂਦੀ ਹੈ, ਰਾਮ ਨਾਮ ਜਪਦੀ ਹੈ, ਤੋਤਾ ਅੱਗੇ ਅੱਗੇ ਬੋਲਦਾ, ਪਿੱਛੇ ਪਿੱਛੇ ਬੋਲਦੀ ਹੈ। ਇਹਨੂੰ ਰੱਬ ਦੇ ਨਾਮ 'ਚੋਂ ਰਸ ਆਉਣ ਲੱਗ ਪਿਆ। ਤੇ ਜਦੋਂ ਰਸ ਆਉਣ ਲੱਗ ਪਿਆ ਨਾ ਬਾਣੀ 'ਚੋਂ, ਕੀਰਤਨ 'ਚੋਂ, ਕਥਾ 'ਚੋਂ, ਗੁਰੂ ਦੀ ਬਾਣੀ 'ਚੋਂ ਆਪਾਂ ਸਹਿਜ ਪਾਠ ਕਰਦੇ ਹਾਂ, ਜਦੋਂ ਰਸ ਆਉਣ ਲੱਗ ਪਏ, ਨਿਤਨੇਮ ਕਰਦੇ ਹਾਂ, ਗੁਰੂ ਮੰਤਰ ਪੜ੍ਹਦੇ ਹਾਂ, ਮੂਲ ਮੰਤਰ ਜਪਦੇ ਹਾਂ, ਰਸ ਆਉਣ ਲੱਗ ਜਾਏ, ਫਿਰ ਬਹੁਤੇ ਯਤਨ ਦੀ ਜ਼ਰੂਰਤ ਨਹੀਂ ਹੁੰਦੀ। ਫਿਰ ਮਨ ਆਪ ਉਧਰ ਭੱਜਦਾ, ਕਿਉਂਕਿ ਮਨ ਦਾ ਸੁਭਾਅ ਹੈ ਜਿੱਥੋਂ ਇਹਨੂੰ ਰਸ ਆਏਗਾ। ਤੇ ਮਹਾਰਾਜ ਪਾਵਨ ਬਾਣੀ 'ਚ ਵੀ ਇਹ ਕਿਰਪਾ ਕਰਦੇ ਨੇ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਫਿਰ ਮਨ ਨੂੰ ਰਸ ਚਾਹੀਦਾ। ਜਦੋਂ ਉਹਨੂੰ ਰੱਬ ਦੇ ਨਾਮ 'ਚੋਂ ਰਸ ਆਉਣ ਲੱਗ ਜਾਏ, ਫਿਰ ਬੁਰਾਈਆਂ ਵਾਲੇ ਪਾਸੇ ਇਹ ਆਪੇ ਜਾਣੋਂ ਰੁਕਦਾ। ਫਿਰ ਇਹਨੂੰ ਬਹੁਤਾ ਰੋਕਣ ਦੀ ਲੋੜ ਨਹੀਂ ਪੈਂਦੀ, ਆਪ ਰੁਕਦਾ, ਕਿਉਂਕਿ ਇੱਧਰੋਂ ਰਸ ਆਉਣ ਲੱਗ ਪਿਆ। ਇਸੇ ਤਰ੍ਹਾਂ ਗਨਕਾ ਜਪਦੀ ਰਹੀ, ਜਪਦੀ ਰਹੀ, ਤੇ ਜਪਦਿਆਂ ਜਪਦਿਆਂ ਮਾਲਕ ਦੇ, ਵਾਹਿਗੁਰੂ ਜੀ ਦੇ ਇੰਨਾ ਨੇੜੇ ਹੋ ਗਈ ਕਿ ਪਰਮਾਤਮਾ ਦੇ ਨਾਮ ਨੇ ਕੀਤੇ ਹੋਏ ਸਾਰੇ ਪਾਪ ਧੋ ਦਿੱਤੇ, ਸਾਰੇ ਗੁਨਾਹ ਮਾਫ ਕਰ ਦਿੱਤੇ। ਤੇ ਗਨਕਾ ਗਈ ਬਿਬਾਨ ਚੜ੍ਹ, ਜੋ ਵੱਡੇ ਵੱਡੇ ਰਿਖੀ ਮੁਨੀਆਂ ਨੂੰ ਪਦਵੀ ਪ੍ਰਾਪਤ ਨਹੀਂ ਹੋਈ। ਮਹਾਂਪੁਰਖਾਂ ਦੀ ਸੰਗਤ ਕਰਕੇ ਉਹ ਤੋਤਾ ਮਿਲਿਆ, ਰੱਬ ਦੇ ਨਾਮ ਨਾਲ ਲਿਵ ਲੱਗੀ। ਏਡੀ ਵੱਡੀ ਅਵਸਥਾ, ਏਡੀ ਵੱਡੀ ਉੱਚੀ ਪਦਵੀ ਗਨਕਾ ਪਾਪਣ ਨੂੰ ਪ੍ਰਾਪਤ ਹੋ ਗਈ। ਮਹਾਰਾਜ ਕਹਿੰਦੇ, ਗਨਕਾ ਵਰਗੀ ਪਾਪਣ ਜਿਸ ਮਾਲਕ ਦੇ, ਵਾਹਿਗੁਰੂ ਦੇ ਨਾਮ ਨਾਲ ਤਰ ਸਕਦੀ ਹੈ, ਇਹ ਮਨਾ, ਜੇ ਤੂੰ ਉਸ ਵਾਹਿਗੁਰੂ ਦਾ ਨਾਮ ਜਪੇ, ਤੇਰਾ ਕਿਉਂ ਨਹੀਂ ਪਾਰ ਉਤਾਰਾ ਹੋਵੇਗਾ। ਰਹਾਉ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਮਨ ਨੂੰ ਪ੍ਰੇਰਿਆ ਹੈ। ਟਲ ਭਇਓ ਧਰੂ ਜਾ ਕੈ ਸਿਮਰਨ, ਅੜ ਨਿਰਭੈ ਪਦ ਪਾਇਆ। ਫਿਰ ਅੱਗੇ
ਧਰੂ ਦੀ ਸਾਖੀ ਆਉਂਦੀ ਹੈ, ਧਰੂ ਦਾ ਜ਼ਿਕਰ ਆਉਂਦਾ ਹੈ। ਜਿੰਨੇ ਛੋਟੀ ਉਮਰੇ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਸੀ, ਇਹਦਾ ਵੀ ਜ਼ਿਕਰ ਭਾਈ ਗੁਰਦਾਸ ਸਾਹਿਬ ਕਰਦੇ ਨੇ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਚੜ ਲੀਤਾ, ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਇਹ ਰਾਜੇ ਉਤਾਨਪਾਦ ਦਾ ਪੁੱਤਰ ਹੈ। ਬਾਹਰੋਂ ਖੇਡਦਾ ਆਇਆ, ਆਪਣੇ ਪਿਓ ਦੀ ਗੋਦ ਵਿੱਚ ਬੈਠ ਗਿਆ। ਇਹਦੀ ਮਤਰੇਈ ਮਾਂ ਨੇ ਵੇਖਿਆ ਕਿ ਇਹ ਰਾਜੇ ਦੀ ਗੋਦ ਵਿੱਚ ਬੈਠਾ ਹੈ, ਰਾਜਾ ਇਹਨੂੰ ਪਿਆਰ ਕਰੇਗਾ, ਕੱਲ ਨੂੰ ਰਾਜ ਭਾਗ ਵੀ ਇਹਨੂੰ ਦੇ ਦੇਗਾ। ਉਹ ਗੁੱਸੇ ਵਿੱਚ ਆਈ, ਉਹਨੇ ਆ ਕੇ ਨਾ ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਧਰੂ ਨੂੰ ਨਾ ਬਾਹ ਤੋਂ ਫੜ ਕੇ ਰਾਜੇ ਉਤਾਨਪਾਦ ਦੀ ਗੋਦ ਚੋਂ ਉਠਾਤਾ। ਮਾੜੇ ਬੋਲ ਵੀ ਬੋਲੇ, ਤਾਨੇ ਮਿਹਣੇ ਵੀ ਕਹੇ ਵੀ ਜੇ ਰਾਜੇ ਦੀ ਗੋਦ ਵਿੱਚ ਬਹਿਣਾ ਸੀ ਨਾ, ਮੇਰੀ ਕੁੱਖੋਂ ਜਨਮ ਲੈਂਦਾ, ਮੇਰੀ ਸੌਂਕਣ ਦੀ ਕੁੱਖੋਂ ਜੰਮਿਆ, ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ। ਹੁਣ ਇਹ ਤੇ ਨਿਆਣਾ ਸੀ, ਛੋਟੀ ਉਮਰ ਹੈ, 5 ਸਾਲ ਦਾ। ਇਹ ਗੋਦ ਚੋਂ ਉੱਠਿਆ ਤੇ ਆਪਣੀ ਮਾਂ ਕੋਲ ਗਿਆ। ਇਹਦੀ ਮਾਂ ਸੀ ਤੇ ਰਾਣੀ, ਪਰ ਸੌਂਕਣ ਨੇ ਉਹਦੀ ਹਾਲਤ ਇਹ ਕਰ ਦਿੱਤੀ ਵੀ ਗੋਲੀਆਂ ਤੋਂ ਬਦਤਰ ਉਹਦੀ ਹਾਲਤ ਹੈ, ਗੋਲੀਆਂ ਵਾਂਗੂ ਰਹਿਣਾ ਪੈਂਦਾ। ਇਹ ਆ ਕੇ ਨਾ ਆਪਣੀ ਮਾਂ ਨੂੰ ਪੁੱਛਦਾ, ਡੱਡੋ ਲਿਖਾ ਮਾਂ ਪੁੱਛੇ, ਤੂੰ ਸੁਆਣੀ ਹੈ ਕਿ ਸਰੀਤਾ? ਤੂੰ ਤੇ ਆਖਦੀ ਹੈ ਕਿ ਇਹ ਰਾਜਾ ਮੇਰਾ ਪਿਤਾ ਹੈ, ਤੂੰ ਉਹਦੀ ਰਾਣੀ ਹੈ, ਤੇ ਜੇ ਤੂੰ ਉਹਦੀ ਰਾਣੀ ਹੈ, ਮੈਂ ਉਹਦਾ ਪੁੱਤਰ ਹਾਂ, ਉਹ ਮੇਰਾ ਪਿਤਾ ਹੈ। ਫਿਰ ਉਹ ਦੂਜੀ ਨੇ ਮੈਨੂੰ ਬਾਹੋਂ ਫੜ ਕੇ ਉਠਾਲ ਕਿਵੇਂ ਦਿੱਤਾ? ਤੂੰ ਝੂਠ ਮੇਰੇ ਨਾਲ ਕਿਉਂ ਬੋਲਿਆ? ਜੇ ਮੈਂ ਰਾਜੇ ਦਾ ਪੁੱਤਰ ਹੁੰਦਾ ਤੇ ਮੇਰਾ ਇਹ ਨਿਰਾਦਰ, ਮੇਰੀ ਇਹ ਬੇਇੱਜ਼ਤੀ, ਮੇਰਾ ਇਹ ਅਪਮਾਨ ਨਾ ਹੁੰਦਾ। ਹੁਣ ਮਾਤਾ ਸੀ ਸਿਆਣੀ, ਮਾਤਾ ਸੀ ਗਿਆਨ ਵਾਲੀ, ਅਕਲ ਵਾਲੀ, ਉਹਨੇ ਫਿਰ ਉਪਦੇਸ਼ ਦਿੱਤਾ। ਸਿਆਣੀ ਮਾਂ ਹੁੰਦੀ ਹੈ ਨਾ, ਉਹ ਬੱਚੇ ਨੂੰ ਚੰਗਾ ਉਪਦੇਸ਼ ਦਿੰਦੀ ਹੈ, ਤੇ ਜਿਹੜੀ ਮਾਂ ਨੂੰ ਆਪ ਮਤ ਨਾ ਹੋਵੇ, ਉਹ ਬੱਚੇ ਦੇ ਮਨ 'ਚ ਜ਼ਹਿਰ ਭਰ ਦਿੰਦੀ ਹੈ। ਚਾਚੀਆਂ ਤਾਈਆਂ ਦੇ ਪ੍ਰਤੀ, ਆਂਢ ਗੁਆਂਢ ਦੇ ਪ੍ਰਤੀ, ਤੇ ਬੱਚੇ ਨੂੰ ਤੇ ਉਹਦੀ ਨਿਰਮਲ ਬੁੱਧ ਹੁੰਦੀ ਹੈ, ਜੋ ਸਿਖਾਓ ਉਹਨੇ ਸਿੱਖ ਲੈਣਾ। ਤੇ ਜਦੋਂ ਬੱਚਾ ਮਾਤਾ ਪਿਤਾ ਦੇ ਅਧੀਨ ਹੋਵੇ, ਉਦੋਂ ਫਿਰ ਮਾਪਿਆਂ ਦਾ ਇਹ ਫਰਜ਼ ਹੁੰਦਾ ਕਿ ਬੱਚਿਆਂ ਨੂੰ ਮਾੜੀ ਗੱਲ ਨਾ ਸੁਣਾਈ ਜਾਵੇ, ਮਾੜੀ ਗੱਲ ਨਾ ਸਿਖਾਈ ਜਾਵੇ। ਈਰਖਾ, ਦੁਈ, ਦਵੈਸ਼, ਨਫ਼ਰਤ, ਉਸ ਵਾਲੇ ਪਾਸੇ ਤੋਂ ਬੱਚੇ ਨੂੰ ਉੜਿਆ ਜਾਵੇ। ਪਿਛਲੇ ਦਿਨਾਂ ਤੋਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਨਾ ਸਾਹਿਬਜ਼ਾਦਿਆਂ ਦੇ, ਤੇ ਆਪਾਂ ਇਹਨਾਂ ਦਿਹਾੜਿਆਂ ਨੂੰ ਸਿਰਫ ਇਹ ਨਹੀਂ ਵੀ ਇਹਨਾਂ ਦਿਹਾੜਿਆਂ ਵਿੱਚ ਜੁੜੇ ਜ਼ਿਕਰ ਕੀਤਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਵੇਂ ਹੋਈ, ਮਹਾਰਾਜ ਜੀ ਨੇ ਸਾਰਾ ਕੁਝ ਕਿਵੇਂ ਕੀਤਾ, ਉਹ ਸੁਣ ਸੁਣਾ ਕੇ ਤੇ ਫਿਰ ਗੱਲ ਬੰਦ ਕਰ ਦਈਏ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਇਹ ਪ੍ਰਸੰਗ ਕਹਿ ਕੇ ਤੇ ਫਿਰ ਭੁੱਲ ਹੀ ਜਾਈਏ। ਵੈਸੇ ਭੁੱਲਦੇ ਵੀ ਆਪਾਂ ਬੜੀ ਛੇਤੀ ਹਾਂ। ਇਹਨਾਂ ਦਿਨਾਂ ਦੇ ਵਿੱਚ ਇੱਕ ਝਬਕੀ ਜੀ ਆਉਂਦੀ ਹੈ ਤੇ ਆਪਾਂ ਝੱਟ ਇਹਨਾਂ ਸ਼ਹੀਦੀਆਂ ਨੂੰ ਭੁੱਲ ਕੇ ਤੇ ਕ੍ਰਿਸਮਸ ਦੀਆਂ ਵਧਾਈਆਂ ਵਿੱਚ ਉਧਰ ਰੁੱਝ ਜਾਂਦੇ ਹਾਂ। ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣ ਤੋਂ ਪਾਸੇ ਹੋ ਕੇ ਉਹਨਾਂ ਵਰਗੇ ਦੁਮਾਲੇ, ਉਹਨਾਂ ਵਰਗੀਆਂ ਦਸਤਾਰਾਂ, ਉਹਨਾਂ ਵਰਗੇ ਬਾਣੇ, ਉਹਨਾਂ ਵਰਗੀਆਂ ਸ੍ਰੀ ਸਾਹਿਬਾਂ, ਇਹ ਪਵਾਉਣ ਦਾ ਮਨ 'ਚ ਖਿਆਲ ਨਹੀਂ ਆਉਂਦਾ। ਤੇ ਲਾਲ ਰੰਗ ਦੀਆਂ ਵਰਦੀਆਂ ਪਵਾ ਕੇ, ਸਿਰ 'ਤੇ ਟੋਪੀ ਪਾ ਕੇ ਉਹਨੂੰ ਸਾਂਤਾ ਕਲੌਜ ਦੀਆਂ ਕਹਾਣੀਆਂ ਸੁਣਾਉਂਦੇ, ਇਹ ਦਿਨ ਵਿੱਚ ਆ ਜਾਂਦਾ। ਤੇ ਅਜੇ 4 ਦਿਨ ਨਹੀਂ ਹੁੰਦੇ ਸ਼ਹੀਦੀਆਂ ਦੇ ਇਹ ਸਾਕੇ ਨੂੰ, ਤੇ ਫਿਰ ਆਪਾਂ ਸਾਰਾ ਕੁਝ ਭੁੱਲ ਕੇ ਤੇ ਸਭ ਤੋਂ ਅੱਗੇ ਮੋਹਰੀ ਹੋ ਕੇ ਆਪਾਂ ਨਵੇਂ ਸਾਲਾਂ ਦੀਆਂ ਵਧਾਈਆਂ ਦੇਣੀਆਂ। ਦੇਖੋ, ਉਹ ਜਿਹੜੇ ਤਿਉਹਾਰ ਨੇ, ਉਹ ਦਿਨ ਨੇ, ਉਹਨਾਂ ਨੂੰ ਮੁਬਾਰਕ। ਜਿਸ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੂੰ ਮੁਬਾਰਕ ਹੈ, ਉਹ ਰੱਜ ਰੱਜ ਕੇ ਮਨਾਉਣ। ਪਰ ਕੀ ਸਾਡੇ ਮਨ ਦੇ ਵਿੱਚ ਇੰਨਾ ਵੀ ਅਸਰ ਨਹੀਂ ਹੋਇਆ ਵੀ ਇੰਨੀ ਜਲਦੀ ਆਪਾਂ ਭੁੱਲ ਗਏ? ਵਿੱਚੇ ਪਹਿਲਾਂ ਇਹ ਵਧਾਈਆਂ ਦਿੱਤੀਆਂ, ਫਿਰ 4 ਦਿਨਾਂ ਬਾਅਦ ਨਵੇਂ ਸਾਲ। ਇੰਨੀ ਛੇਤੀ, ਜਦੋਂ ਕਿ ਇਹ ਦਿਹਾੜੇ ਤੇ ਸਿੱਖ ਰੋਜ਼ ਯਾਦ ਕਰਦਾ ਹੈ, ਇੱਕ ਦਿਨ 'ਚ ਕਈ ਵਾਰੀ ਯਾਦ ਕਰਦਾ ਹੈ। ਸੁੱਖ ਦੀ, ਦੁੱਖ ਦੀ, ਕੋਈ ਵੀ ਗੁਰੂ ਚਰਨਾਂ 'ਚ ਸਿੱਖ ਅਰਦਾਸ ਕਰਦਾ ਨਾ, 10 ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਲੈਣ ਤੋਂ ਬਾਅਦ
ਅਰਦਾਸ ਦਾ ਅਗਲਾ ਪਦਾ ਜਦੋਂ ਪੜ੍ਹਦਾ ਨਾ, ਤੇ ਫਿਰ ਉਹ ਕੀ ਬਚਨ ਪੜ੍ਹਦੇ ਆ? ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ। ਤੇ ਹੁਣ ਜਦੋਂ ਚੌਹਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ ਹੈ, ਉਦੋਂ ਸਿੱਖ ਦੀ ਸੁਰਤ ਦੇ ਵਿੱਚੋਂ ਚਮਕੌਰ ਦੀ ਗੜੀ, ਸਰਸਾ ਦਾ ਕੰਢਾ, ਪਰਿਵਾਰ ਦਾ ਵਿਛੋੜਾ ਤੇ ਸਰਹੰਦ ਦੀ ਨੀਂਹ, ਇਹ ਸਰਹੰਦ ਦੀ ਦੀਵਾਰ ਸਿੱਖ ਦੀ ਸੁਰਤ ਚੋਂ ਆਪਣੇ ਆਪ ਨਿਕਲਦੀ ਹੈ। ਚੌਹਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦੇ ਆ ਤੇ ਸਿੱਖ ਇੰਨੀ ਛੇਤੀ ਭੁੱਲ ਜੇ। ਹੁਣ ਜਦੋਂ ਅਸੀਂ ਭੁੱਲ ਜਾਂਦੇ ਆ, ਆਹ ਕੁਝ ਕਰਦੇ ਆ, ਨਿਆਣਿਆਂ ਨੂੰ ਇਹੋ ਜਿਹੇ ਕੱਪੜੇ ਪਾਉਨੇ ਆ, ਉਹਨਾਂ ਦੀਆਂ ਫੋਟੋ ਖਿੱਚਦੇ ਆ, ਫਿਰ ਕਿਤੇ ਨਾ ਕਿਤੇ ਸਮਾਂ ਪਾ ਕੇ ਉਹ ਨਿਆਣਾ ਆਪਣੀਆਂ ਫੋਟੋ ਵੇਖਦਾ ਹੈ, ਉਹ ਲਾਲ ਵਰਦੀਆਂ ਵਾਲੀਆਂ, ਇਸ਼ਾਰਾ ਕਾਫੀ ਹੈ, ਤੁਸੀਂ ਸਾਰਾ ਕੁਝ ਸਮਝਦੇ ਆ। ਤੇ ਨਿਆਣੇ ਦੇ ਮਨ 'ਚ ਕਿਤੇ ਨਾ ਕਿਤੇ ਤੇ ਗੱਲ ਆਉਂਦੀ ਹੈ ਨਾ, ਵੀ ਇਹ ਵਰਦੀਆਂ ਸਾਨੂੰ ਕਿਉਂ ਪਾਈਆਂ, ਵੀ ਸਾਡਾ ਉਹਨਾਂ ਨਾਲ ਕੋਈ ਸੰਬੰਧ ਹੈ, ਕੋਈ ਰਿਸ਼ਤਾ ਹੈ। ਤੇ ਇਹ ਮਾਰ ਬੜੀ ਵਗ ਰਹੀ ਹੈ ਪੰਜਾਬ 'ਚ, ਲੋਭ ਲਾਲਚ ਦੇਖ ਕੇ, ਬੜਾ ਕੁਝ ਦੇਖ ਕੇ, ਬੜੀਆਂ ਝੂਠੀਆਂ ਕਹਾਣੀਆਂ ਘੜ ਘੜ ਕੇ, ਕਰਾਮਾਤਾਂ ਦਿਖਾ ਦਿਖਾ ਕੇ, ਤੇ ਲੋਕਾਂ ਨੂੰ ਆਪਣੇ ਵੱਲ ਪ੍ਰੇਰ ਰਹੇ ਨੇ ਵੀ ਸਾਡੇ ਵੱਲ ਆ ਜਾਓ ਜੀ, ਸਾਡੀਆਂ ਕਰਾਮਾਤਾਂ ਨੇ। ਇੱਕ ਹੱਥ ਜੋੜ ਕੇ ਬੇਨਤੀ, ਪਿੱਛੇ ਕਰੋਨੇ ਦੇ ਆ 2 ਸਾਲ ਨਿਕਲੇ ਨਾ, ਉਹਨੇ ਬੜਾ ਕੁਝ ਸਿਖਾਇਆ ਹੈ। ਜੇ ਆਪਾਂ ਸਿੱਖੀਏ ਨਾ, ਉਹਨੇ ਬੜਾ ਕੁਝ ਸਿਖਾਇਆ। ਕੋਈ ਉਹਨਾਂ ਦਿਨਾਂ 'ਚ ਜਾਦੂ ਟੋਣੇ ਕਰਨ ਵਾਲਾ, ਕੋਈ ਧਾਗੇ ਤਵੀਤ ਕਰਨ ਵਾਲਾ, ਕੋਈ ਫੂਕਾ ਮਾਰਨ ਵਾਲਾ, ਤੇ ਕੋਈ ਇਸ ਤਰ੍ਹਾਂ ਦਾ ਕਰਾਮਾਤੀ ਕੋਈ ਸਾਹਮਣੇ ਨਹੀਂ ਆਇਆ। ਕੁੱਲ ਸੰਸਾਰ 'ਚੋਂ ਸਾਹਮਣੇ ਨਹੀਂ ਆਇਆ। ਅੱਗੋਂ ਪਿੱਛੋਂ ਤੇ ਇੱਕ ਸ਼ਹਿਰ 'ਚੋਂ ਤੁਸੀਂ 40-40 ਲੱਭ ਲਓਗੇ। ਇੱਥੇ ਤਾਂ ਕੋਈ ਗਿਣਤੀ ਨਹੀਂ ਨਾ ਕਿ ਆਹ ਕਰਾਮਾਤ ਵੇਖੋ ਜੀ, ਸਾਡੇ ਕੋਲ ਆਏ, ਸਾਡੇ ਕੋਲ ਆਏ। ਕਰੋਨਾ 'ਚ ਇੱਕ ਵੀ ਨਹੀਂ ਸਾਹਮਣੇ ਆਇਆ। ਤੇ ਸਾਨੂੰ ਸਮਝ ਲੈਣਾ ਚਾਹੀਦਾ ਨਾ, ਸਾਨੂੰ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ ਵੀ ਇਹਨਾਂ ਦੇ ਪੱਲੇ ਕੁਝ ਨਹੀਂ। ਜਿਹਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਪੂਰੀ ਨਾ ਪਈ, ਉਹਦੀ ਦੁਨੀਆ ਦੇ ਕਿਸੇ ਦਰ ਤੋਂ ਪੂਰੀ ਨਹੀਂ ਪੈ ਸਕਦੀ। ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਖਾਲੀ ਚਲਾ ਗਿਆ ਨਾ, ਯਾਦ ਰੱਖਣਾ, ਉਹ ਜਿੱਥੇ ਮਰਜ਼ੀ ਚਲੇ ਜੇ, ਉਹਨੂੰ ਕਿਤੇੋਂ ਕੁਝ ਨਹੀਂ ਮਿਲ ਸਕਦਾ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਸੋ ਇਸ ਵਾਸਤੇ ਇਹਨਾਂ ਦਿਨਾਂ ਨੂੰ ਯਾਦ ਕਰਨਾ ਚਾਹੀਦਾ, ਰੋਜ਼ ਯਾਦ ਕਰਨਾ ਚਾਹੀਦਾ। ਤੇ ਯਾਦ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ। ਹੁਣ ਦਾਦੀ ਮਾਂ ਦਾ ਇਤਿਹਾਸ ਪੜ੍ਹਦੇ ਹਾਂ, ਦਾਦੀ ਮਾਂ ਨੇ ਕੀ ਕੀਤਾ? ਠੰਡੇ ਬੁਰਜ ਵਿੱਚ ਬੈਠ ਕੇ ਦਾਦੀ ਮਾਂ ਨੇ ਗੁਰਬਾਣੀ ਪੜ੍ਹੀ, ਇਤਿਹਾਸ ਸੁਣਾਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਇਹ ਸੁਣਾਈ। ਤੇ ਅੱਜ ਦੀ ਦਾਦੀ ਮਾਂ ਉਹ ਰਜਾਈ 'ਚ ਬੈਠ ਕੇ ਵੀ ਨਿਆਣੇ ਨੂੰ ਟੀਵੀ ਵਿਖਾਉਂਦੀ ਹੈ, ਨਾਲ ਆਪ ਵੇਖਦੀ ਹੈ। ਇਹਨਾਂ ਦਿਨਾਂ 'ਚੋਂ ਆਪਾਂ ਸਿੱਖਣਾ ਹੈ ਕਿ ਬੱਚਿਆਂ ਨੂੰ ਗੁਰੂ ਨਾਲ ਕਿਵੇਂ ਜੋੜਨਾ ਹੈ। ਉਹਨਾਂ ਨੂੰ ਆਪ ਗੁਰੂ ਕੋਲ ਲੈ ਕੇ ਆਉਣਾ, ਘਰ ਵਿੱਚ ਬਾਣੀ ਪੜ੍ਹਨੀ, ਬਾਣੀ ਨਾਲ ਜੋੜਨਾ, ਸਾਖੀਆਂ ਸੁਣਾਉਣੀਆਂ। ਪਹਿਲਾਂ ਮਾਤਾਵਾਂ ਘਰ ਵਿੱਚ ਕਿਤਾਬਾਂ ਰੱਖਦੀਆਂ ਸੀ ਸਾਖੀਆਂ ਦੀਆਂ, ਬੱਚਿਆਂ ਨੂੰ ਸੁਣਾਉਂਦੀਆਂ, ਬੱਚੇ ਚਾਅ ਨਾਲ ਸੁਣਦੇ। ਤੇ ਹੁਣ ਇਹ ਰਿਵਾਜ ਖਤਮ ਹੋਇਆ। ਫਿਰ ਮਨਾਂ 'ਚ ਚਾਹ ਹੁੰਦਾ ਸੀ, ਅਰਦਾਸ 'ਚ ਪੜ੍ਹਦੇ ਹਨ ਨਾ, ਪੰਜਾਂ ਤਖਤਾਂ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਗੁਰਦੁਆਰਿਆਂ ਦਾ ਧਿਆਨ ਤੇ ਆਪਾਂ ਤਾਂ ਧਰਾਂਗੇ ਨਾ ਜੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਹੋਣਗੇ। ਲੱਖਾਂ ਰੁਪਈਆ ਖਰਚ ਕੇ ਨਿਆਣਿਆਂ ਨੂੰ ਖਲੀਫਾ ਬੁਰਜ ਤੇ ਦਿਖਾਇਆ ਹੈ, ਪਰ ਆਪਣੇ ਨੇੜੇ ਜਾ ਕੇ ਨਿਆਣਿਆਂ ਨੂੰ ਖੜ ਕੇ ਠੰਡਾ ਬੁਰਜ ਨਹੀਂ ਦਿਖਾ ਸਕੇ ਆਪਾਂ। ਕਿੰਨੇ ਆਪਣੇ 'ਚੋਂ ਐਸੇ ਨੇ, ਪੰਜਾਬ 'ਚ ਰਹਿਣ ਵਾਲੇ ਕਿੰਨੇ ਪਿੰਡ, ਕਿੰਨੇ ਲੋਕ ਐਸੇ ਨੇ ਜਿਨ੍ਹਾਂ ਅਜੇ ਤੱਕ ਕੋਈ ਬੁਰਜ ਹੀ ਨਹੀਂ ਵੇਖਿਆ, ਜਿਨ੍ਹਾਂ ਸਰਹੰਦ ਦੇ ਦਰਸ਼ਨ ਹੀ ਨਹੀਂ ਕੀਤੇ। ਦੂਰ ਦੂਰ ਜਾਣਗੇ, ਨੈਨੀਤਾਲ ਜਾਓ ਜੀ, ਸ਼ਿਮਲੇ ਜਾਓ ਘੁੰਮਣ, ਨਿਆਣਿਆਂ ਨੂੰ ਛੁੱਟੀਆਂ ਦਿਖਾਉਣ ਨਹੀਂ। ਜਦੋਂ ਵੀ ਸਮਾਂ ਮਿਲੇ ਉਦੋਂ ਬੱਚਿਆਂ ਨੂੰ ਇੱਧਰ ਲੈ ਕੇ ਆਓ। ਸਿੱਖਾਂ ਦੀ ਤੇ ਕੀ ਗੱਲ ਕਰੀਏ, ਜਿਹੜੇ ਭਾਵਨਾ ਨਾਲ, ਪਿਆਰ ਨਾਲ ਹੋਰ ਧਰਮਾਂ ਦੇ ਲੋਕ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਇੱਕ ਵਾਰੀ ਦਰਸ਼ਨ ਕਰਕੇ ਜਾਂਦੇ ਨੇ ਨਾ, ਉਹ ਸਾਰੀ ਜ਼ਿੰਦਗੀ ਫਿਰ ਗੁਣ ਗਾਉਂਦੇ ਨਹੀਂ ਥੱਕਦੇ। ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਇੰਨਾ ਆਨੰਦ ਹੈ, ਇੰਨੀਆਂ ਬਖਸ਼ਿਸ਼ਾਂ। ਤੋਂ ਮਾਤਾ ਨੇ, ਦਾਦੀ ਮਾਂ ਨੇ ਕਿੰਨੀ ਸਿੱਖਿਆ ਦਿੱਤੀ। ਤੇ ਜਿੱਦਣ ਫਤਵਾ ਲੱਗ ਗਿਆ ਵੀ ਸ਼ਹੀਦ ਹੋ ਜਾਣਾ ਹੈ,
ਤੇ ਦਾਦੀ ਮਾਂ ਨੇ ਆਖਿਆ ਪੁੱਤ ਸ਼ਹੀਦੀ ਦਾ ਮਤਲਬ ਪਤਾ ਕਿੰਨਾ ਹੈ? ਕੋਈ ਜ਼ਿਆਦਾ ਫਰਕ ਨਹੀਂ, ਜੇ ਇੰਨਾ ਹੀ ਫਰਕ ਹੈ ਵੀ ਦਾਦੀ ਮਾਂ ਦੀ ਗੋਦ ਚੋਂ ਨਿਕਲ ਕੇ ਤੇ ਦਾਦੇ ਪਿਤਾ ਦੀ ਗੋਦ ਵਿੱਚ ਜਾ ਕੇ ਤੂੰ ਹੀ ਬੈਠ ਜਾਣਾ ਹੈ। ਇੰਨਾ ਹੀ ਫਰਕ ਹੈ ਬਸ। ਤੇ ਦਾਦੀ ਤੁਹਾਨੂੰ ਇੰਨਾ ਪਿਆਰ ਕਰਦੀ ਹੈ ਤੇ ਦਾਦੇ ਦੀ ਗੋਦ ਵਿੱਚ ਸੱਚਖੰਡ ਬੈਠੋਗੇ ਤੇ ਦਾਦਾ ਜੀ ਤੁਹਾਡੇ ਤੇ ਕਿੰਨੇ ਪ੍ਰਸੰਨ ਹੋਣਗੇ। ਫਿਰ ਜਿਨ੍ਹਾਂ ਨੇ ਸੇਵਾ ਕੀਤੀ, ਧੰਨ ਬਾਬਾ ਮੋਤੀ ਰਾਮ ਮਹਿਰਾ ਜੀ, ਉਹਨਾਂ ਦਾ ਸਾਰਾ ਪਰਿਵਾਰ ਕੋਹਲੂ 'ਚ ਪੀੜਿਆ ਗਿਆ। ਬਜ਼ੁਰਗ ਮਾਤਾ ਤੋਂ ਲੈ ਕੇ ਛੋਟੇ ਬੱਚੇ ਤੱਕ ਕੋਹਲੂ 'ਚ ਪੀੜ ਦਿੱਤੇ। ਫਿਰ ਧੰਨ ਨੇ ਨਾ ਦੀਵਾਨ ਟੋਂਡਰਮਲ ਵਰਗੇ, ਕੁੱਲ ਸੰਸਾਰ ਵਿੱਚ ਸਭ ਤੋਂ ਕੀਮਤੀ ਥਾਂ ਸਾਡੇ ਕੋਲ ਹੈ। 78,000 ਸੋਨੇ ਦੀ ਮੋਹਰ ਖੜੀ ਕਰਕੇ ਜੋਤੀ ਸਰੂਪ ਵਾਲੀ ਜਗ੍ਹਾ ਦੀਵਾਨ ਟੁੰਡਰਮਲ ਨੇ ਮੁੱਲ ਖਰੀਦੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਤੇ ਮਾਤਾ ਜੀ ਦਾ ਸੰਸਕਾਰ ਕੀਤਾ। ਇਹ ਦਿਨ ਚੱਲ ਰਹੇ ਨੇ ਤੇ ਗੁਰੂ ਦਾ ਸਿੱਖ ਇਹਨਾਂ ਦਿਨਾਂ ਨੂੰ ਕਦੀ ਨਹੀਂ ਭੁੱਲ ਸਕਦਾ, ਕਦੀ ਵੀ। ਜਿੰਨਾ ਜਿੰਨਾ ਤੁਸੀਂ ਚੇਤੇ ਕਰੋਗੇ ਪਰਿਵਾਰ ਵਿੱਚ ਗੁਰੂ ਨਾਨਕ ਦੀ ਸਿੱਖੀ ਓਨੀ ਪ੍ਰਫੁੱਲਤ ਹੋਏਗੀ। ਬੱਚਿਆਂ ਦਾ ਉਸ ਪਾਸੇ ਖਿਆਲ ਜਾਏਗਾ। ਉਹਨਾਂ ਨੂੰ ਦਰਸ਼ਨ ਕਰਾ ਕੇ ਲੈ ਕੇ ਆਓ ਚਮਕੌਰ ਦੀ ਗੜੀ ਦੇ, ਉਹਨਾਂ ਨੂੰ ਦਰਸ਼ਨ ਕਰਾਓ ਫਤਿਹਗੜ੍ਹ ਸਾਹਿਬ ਦੇ, ਠੰਡੇ ਬੁਰਜ ਦੇ, ਜੋਤੀ ਸਰੂਪ ਦੇ, ਤਾਂ ਜੋ ਉਹਨਾਂ ਨੂੰ ਪਤਾ ਲੱਗੇ। ਤੋ ਸਿਆਣੀ ਮਾਂ ਜਿਹੜੀ ਹੈ ਨਾ, ਉਹ ਬੱਚੇ ਨੂੰ ਸਹੀ ਮੱਤ ਦਿੰਦੀ ਹੈ। ਇਹਦੀ ਮਾਂ ਨੇ ਆਖਿਆ ਪੁੱਤ ਸੀ ਤੇ ਮੈਂ ਰਾਣੀ, ਪਰ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਮੇਰੀ ਆਹ ਹਾਲਤ ਹੋਈ। ਕਿਸੇ ਨੂੰ ਦੋਸ਼ ਨਹੀਂ ਦਿੱਤਾ, ਦੋਸ਼ ਮੇਰਾ ਹੈ। ਮੈਂ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਤਾਂ ਇਹ ਕੁਝ ਹੋਇਆ। ਤੇ ਜੇ ਪੁੱਤਰਾ ਤੂੰ ਰਾਜ ਭਾਗ ਮੰਨਣਾ ਚਾਹੁੰਦਾ ਹੈ, ਸੁਖ ਚਾਹੁੰਦਾ ਹੈ, ਸ਼ੋਭਾ ਚਾਹੁੰਦਾ ਹੈ, ਫਿਰ ਮਾਲਕ ਦੀ ਭਗਤੀ ਕਰ। ਪਰਮੇਸ਼ਰ ਦੀ ਭਗਤੀ ਕਰਨ ਕਰਕੇ ਹੀ ਧਰੂ ਅਟਲ ਹੋ ਗਿਆ ਹੈ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਇਹ ਮਨਾ ਤੂੰ ਉਸ ਵਾਹਿਗੁਰੂ ਨੂੰ ਕਿਉਂ ਵਿਸਾਰ ਦਿੱਤਾ ਜਿਹੜਾ ਸਾਰੇ ਹੀ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਕੋਈ ਇਹ ਨਹੀਂ ਇੱਕ ਅੱਧਾ ਦੁੱਖ ਨਹੀਂ, ਸਾਰੇ ਹੀ ਦੁੱਖਾਂ ਨੂੰ। ਜਿਹੜਾ ਵੀ ਵਾਹਿਗੁਰੂ ਦਾ ਨਾਮ ਲਵੇ, ਪਰਮਾਤਮਾ ਨੂੰ ਯਾਦ ਕਰੇ, ਤਨ ਦੇ ਤਲ ਤੇ, ਮਨ ਦੇ ਤਲ ਤੇ ਧਨ ਕਰਕੇ ਕੋਈ ਵੀ ਦੁੱਖ ਹੋਵੇ, ਪਰਮਾਤਮਾ ਸਾਰੇ ਦੁੱਖ ਦੂਰ ਕਰ ਦਿੰਦਾ ਹੈ। ਦੁੱਖਾਂ ਨੂੰ ਦੂਰ ਕਰਨ ਵਾਲੇ, ਸੁੱਖਾਂ ਨੂੰ ਬਖਸ਼ਿਸ਼ ਕਰਨ ਵਾਲੇ ਐਸੇ ਵਾਹਿਗੁਰੂ ਦੇ ਨਾਮ ਨੂੰ ਹੀ ਮਨਾ ਤੂੰ ਕਿਉਂ ਵਿਸਾਰ ਦਿੱਤਾ। ਜਬ ਹੀ ਸਰਨ ਗਹੀ ਕਿਰਪਾ ਨਿਦ, ਗੱਜ ਗਰਾਹ ਤੇ ਛੂਟਾ। ਇੱਥੇ ਮਨੁੱਖਾਂ ਦੀ ਤੇ ਗੱਲ ਕੀ, ਇੱਥੇ ਤੇ ਇੱਕ ਗੱਜ ਨੂੰ, ਹਾਥੀ ਨੂੰ ਤੰਦੂਏ ਨੇ ਜਕੜ ਲਿਆ। ਤੇ ਜ਼ਿਕਰ ਆਉਂਦਾ ਵੀ ਜਦੋਂ ਉਹਨੂੰ ਤੰਦੂਏ ਨੇ ਜਕੜ ਲਿਆ, ਫੜ ਲਿਆ, ਉਹਨੇ ਉਸ ਵਾਹਿਗੁਰੂ ਦੀ ਸ਼ਰਨ ਅਖਤਿਆਰ ਕੀਤੀ ਤੇ ਪਰਮਾਤਮਾ ਨੇ ਉਸ ਗੱਜ ਨੂੰ, ਹਾਥੀ ਨੂੰ ਤੰਦੂਏ ਕੋਲੋਂ ਬਚਾ ਲਿਆ, ਛਡਾ ਲਿਆ। ਜਿਹੜਾ ਪਸ਼ੂਆਂ ਦੀ ਵੀ ਪੁਕਾਰ ਸੁਣ ਕੇ ਉਹਨਾਂ ਨੂੰ ਦੁੱਖਾਂ ਤੋਂ, ਉਹਨਾਂ ਨੂੰ ਬਿਪਤਾ ਤੋਂ, ਉਹਨਾਂ ਨੂੰ ਪਰੇਸ਼ਾਨੀਆਂ ਤੋਂ ਬਚਾਉਂਦਾ ਹੈ। ਮਹਿਮਾ ਨਾਮ ਕਹਾ ਲਓ ਬਰਣੋ, ਰਾਮ ਕਹਿਤ ਬੰਧਨ ਤੇ ਟੂਟਾ। ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਉਹਦੀ ਮਹਿਮਾ, ਉਹਦੀ ਸ਼ੋਭਾ ਕਿੱਥੋਂ ਤੱਕ ਕਰਾਂ। ਜਿੰਨੇ ਵੀ ਰੱਬ ਦਾ ਨਾਮ ਲਿਆ, ਚਾਹੇ ਕੋਈ ਨੀਵੀਂ ਜਾਤ, ਉੱਚੀ ਜਾਤ, ਗਰੀਬ, ਅਮੀਰ, ਕਿਸੇ ਵੀ ਧਰਮ ਦਾ, ਇਹ ਕੋਈ ਵਿਤਕਰਾ ਨਹੀਂ। ਇਹ ਬੰਦਿਆਂ ਦੇ ਬਣਾਏ ਹੋਏ ਇਹ ਵਿਤਕਰੇ ਨੇ। ਜਿੰਨੇ ਵੀ ਰੱਬ ਦਾ ਨਾਮ ਲਿਆ, ਪਰਮਾਤਮਾ ਨੇ ਉਹਦੇ ਸਾਰੇ ਬੰਧਨ ਕੱਟ ਦਿੱਤੇ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਸਾਰੀ ਜ਼ਿੰਦਗੀ ਵੇਸਵਾਗਾਮੀ ਬਣ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਅਜਾਮਲ ਪਾਪੀ। ਸਾਧੂਆਂ ਦੀ ਸੰਗਤ ਹੋਈ, ਉਹਨਾਂ ਨੇ ਉਪਦੇਸ਼ ਦਿੱਤਾ ਆਪਣੇ ਬੱਚੇ ਦਾ ਨਾਮ, ਜਿਹੜਾ ਹੁਣ ਤੇਰੇ ਘਰ ਬੱਚਾ ਹੋਏਗਾ, ਉਹਦਾ ਨਾਮ ਨਾਰਾਇਣ ਰੱਖ ਲਈ। ਇਹਨੇ ਨਾਮ ਨਾਰਾਇਣ ਰੱਖਿਆ। ਛੋਟਾ ਬੱਚਾ ਹੋਣ ਕਰਕੇ ਉਹਦੇ ਨਾਲ ਪਿਆਰ ਜ਼ਿਆਦਾ, ਨਾਰਾਇਣ ਨਾਰਾਇਣ ਕਰਦਾ ਰਿਹਾ। ਆਖਰੀ ਸਮਾਂ ਆਇਆ ਤੇ ਨਾਰਾਇਣ ਨਾਰਾਇਣ ਜਪ ਰਿਹਾ। ਨਾਰਾਇਣ ਨਾਰਾਇਣ ਕਹਿੰਦੇ ਆ, ਇਸ ਨਾਰਾਇਣ ਨਾਲੋਂ ਲਿਵ ਟੁੱਟੀ ਤੇ ਉਸ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਨਾਲ ਲਿਵ ਜੁੜ ਗਈ
ਤੇ ਅਜ਼ਾਮਲ ਪਾਪੀ ਦਾ ਪਾਰ ਉਤਾਰਾ ਹੋ ਗਿਆ। ਨਾਨਕ ਕਹਿਤ ਚੇਤ ਚਿੰਤਾ ਮਨ ਤਾ ਭੀ ਉਤਰਹਿ ਪਾਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਏਡੇ ਏਡੇ ਵੱਡੇ ਪਾਪੀਆਂ ਦਾ ਉਧਾਰ ਕਰ ਦਿੱਤਾ। ਜੇ ਆਪਾਂ ਵੇਖੀਏ ਨਾ, ਕਈਆਂ ਦੇ ਜੀਵਨ 'ਚ ਇੱਕ ਦੋ ਖਾਮੀਆਂ ਕਮੀਆਂ ਹੁੰਦੀਆਂ ਨੇ ਤੇ ਬੰਦਾ ਉਹਨੂੰ ਹੀ ਸੋਚ ਸੋਚ ਕੇ ਗੁਰੂ ਕੋਲ ਨਹੀਂ ਜਾਂਦਾ। ਉਹਨੂੰ ਹੀ ਸੋਚੀ ਜਾਂਦਾ ਹੈ ਵੀ ਨਾ ਜੀ ਅਸੀਂ ਤੇ ਪਾਪੀ ਆ, ਮੈਂ ਤੇ ਬੜੇ ਗੁਨਾਹ ਕੀਤੇ। ਜਿਨੇ ਜ਼ਿਆਦਾ ਪਾਪ ਕੀਤੇ ਹੁਣ ਉਹਨੂੰ ਗੁਰੂ ਕੋਲ ਜ਼ਿਆਦਾ ਆਉਣ ਦੀ ਜ਼ਰੂਰਤ ਹੈ। ਜਿਹੜਾ ਜ਼ਿਆਦਾ ਰੋਗੀ ਹੋਵੇ ਨਾ, ਉਹਨੂੰ ਜ਼ਿਆਦਾ ਲੋੜ ਹੈ ਵੈਦ ਕੋਲ ਆਉਣ ਦੀ, ਡਰਨ ਦੀ ਲੋੜ ਨਹੀਂ। ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਗੁਨਾਹ ਪਾਪ ਨੇ, ਗੁਰੂ ਦੀ ਸ਼ਰਨ ਵਿੱਚ ਆਵੇ, ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਨੇ। ਤੇ ਮਹਾਰਾਜ ਕਹਿੰਦੇ, ਹੇ ਮਨਾ, ਇਹ ਉਪਦੇਸ਼ ਕਿਸੇ ਦੂਸਰੇ ਲਈ ਨਹੀਂ। ਇਹ ਨਹੀਂ ਕਿ ਮੈਂ ਇੱਥੇ ਬੋਲ ਰਿਹਾ ਤੇ ਦੂਸਰੇ ਲਈ, ਮੇਰੇ ਲਈ ਨਹੀਂ। ਇਹ ਤੇ ਬੜਾ ਸੌਖਾ ਹੈ ਦੂਜੇ ਨੂੰ ਉਪਦੇਸ਼ ਦੇਣਾ। ਮਹਾਰਾਜ ਕਹਿੰਦੇ ਆਪ ਸੁਣਨਾ। ਗੁਰੂ ਸਾਹਿਬਾਨ ਨੇ ਇਸੇ ਤਰ੍ਹਾਂ ਕੀਤਾ ਨਾ। ਮਹਾਰਾਜ ਦਾ ਜੀਵਨ ਪੜ੍ਹੀਏ, ਇਤਿਹਾਸ। ਗੁਰੂ ਦਾ ਬਚਨ ਕਮਾਇਆ, ਆਪ ਸੇਵਾ ਕੀਤੀ, ਆਗਿਆ ਵਿੱਚ ਰਹੇ, ਬਚਨ ਕਮਾਇਆ, ਤਾਂ ਜਾ ਕੇ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਫਿਰ ਉਪਦੇਸ਼ ਦਿੱਤਾ, ਭਾਈ ਪਰਮੇਸ਼ਰ ਦਾ ਨਾਮ ਜਪੋ। ਵਾਹਿਗੁਰੂ ਜੀ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ। ਮਹਾਰਾਜ ਕਹਿੰਦੇ ਐਸੇ ਰੱਬ ਦੇ ਨਾਮ ਨੂੰ ਜੇ ਤੂੰ ਜਪੇ ਤੇ ਤੇਰਾ ਪਾਰ ਉਤਾਰਾ ਹੋਵੇਗਾ। ਇਹਨਾਂ ਬਚਨਾਂ ਦੇ ਨਾਲ ਹੀ ਪਵਿੱਤਰ ਪਾਵਨ ਗੁਰਫਰਮਾਨ ਦੀ ਇਹ ਆਖਰੀ ਪੰਕਤੀ ਦੀ ਵਿਚਾਰ ਵੀ ਸੰਪੂਰਨ ਹੋਈ। ਹੁਣ ਜੋ ਲੜੀਵਾਰ ਵਿਚਾਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਰਹਿਮਤ ਕਰ ਰਹੇ ਹਨ। ਰਾਮ ਕਲੀ ਮਹੱਲਾ ਪੰਜਵਾ। ਈਂਦਣ ਤੇ ਬੈਸੰਤਰ ਭਾਗਾ। ਰਾਮਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਬਾਹਰੀ ਤੌਰ ਤੇ ਲੱਕੜੀ ਦਾ ਤੇ ਅੱਗ ਦਾ ਕੋਈ ਮੇਲ ਨਹੀਂ। ਅੱਗ ਨੂੰ ਲੱਕੜ ਦੇ ਨੇੜੇ ਕਰੋ ਤੇ ਛੇਤੀ ਮੱਚਦੀ ਨਹੀਂ, ਅੱਗ ਲੱਕੜ ਤੋਂ ਦੂਰ ਜਾਂਦੀ ਹੈ। ਮਾਟੀ ਕੋ ਜਲ ਦਹਿ ਦਿਸ ਤਿਆਗਾ। ਪਰ ਉਸ ਲੱਕੜ ਦੇ ਅੰਦਰ ਵੀ ਅੱਗ ਰਹਿੰਦੀ ਹੈ। ਉਹ ਜਿਹੜੀ ਲੱਕੜ ਦੇ ਅੰਦਰ ਅੱਗ ਰਹਿੰਦੀ ਹੈ, ਉਹ ਲੱਕੜ ਨੂੰ ਸਾੜਦੀ ਨਹੀਂ। ਤੇ ਜਿਹੜੀ ਬਾਹਰੀ ਅੱਗ ਹੈ, ਉਹ ਲੱਕੜ ਤੋਂ ਦੂਰ ਜਾਂਦੀ ਹੈ। ਹੁਣ ਅਗਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਉਦਾਂ ਮਿੱਟੀ ਨੂੰ ਪਾਣੀ 'ਚ ਪਾ ਦਿਓ ਤੇ ਮਿੱਟੀ ਗਲ ਜਾਂਦੀ ਹੈ। ਪਰ ਇਹ ਧਰਤੀ ਜਿਹੜੀ ਪਾਣੀ ਤੇ ਖਲੋਤੀ ਹੈ ਨਾ, ਥੱਲੇ ਪਾਣੀ ਹੈ। ਸਮੁੰਦਰਾਂ ਦੇ ਕੰਢੇ ਤੁਸੀਂ ਵੇਖੋ, ਕਿਤੇ ਪੱਕੇ ਪੱਥਰਾਂ ਨਾਲ ਜਾਂ ਸੀਮੈਂਟ ਨਾਲ ਨਹੀਂ ਬਣੇ ਹੁੰਦੇ, ਮਿੱਟੀ ਹੁੰਦੀ ਹੈ। ਪਰ ਉਹ ਸਮੁੰਦਰਾਂ ਦਾ ਪਾਣੀ, ਧਰਤੀ ਦਾ ਹੇਠਲਾ ਪਾਣੀ ਜਿਹੜਾ, ਇਹ ਮਿੱਟੀ ਨੂੰ ਗਾਲਦਾ ਨਹੀਂ, ਬਲਕਿ ਉਹਦੀ ਰੱਖਿਆ ਕਰਦਾ ਹੈ। ਉਪਰ ਚਰਨ ਤਲੈ ਆਕਾਸ। ਅੱਗੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਜਿਵੇਂ ਰੁੱਖ ਦਰਖਤ ਵੇਖੋ, ਬੰਦੇ ਦਾ ਸਰੀਰ ਦਾ ਸਭ ਤੋਂ ਸਰਵੋਤਮ ਹਿੱਸਾ ਹੈ ਸਿਰ। ਸਿਰ ਉੱਚਾ ਹੈ, ਸਭ ਤੋਂ ਉੱਚਾ ਸਿਰ ਹੈ। ਤੇ ਚਰਨ ਬਾਕੀ ਹੋਰ ਅੰਗ ਠਾਹ ਨੂੰ ਨੇ। ਹੋਰ ਕੋਈ ਅੰਗ ਵੱਢਿਆ ਜਾਵੇ ਬਚ ਜਾਂਦਾ ਹੈ, ਸਿਰ ਵੱਢਿਆ ਜਾਵੇ ਇਹਦੀ ਮੌਤ ਹੋ ਜਾਂਦੀ ਹੈ। ਤੇ ਜਿਹੜਾ ਰੁੱਖ ਦਾ ਮੂਲ ਹੈ ਨਾ, ਰੁੱਖ ਦਾ ਸਿਰ ਹੈ, ਉਹਦੀਆਂ ਜੜ੍ਹਾਂ ਨੇ। ਜੜ੍ਹਾਂ ਵੱਢੀਆਂ ਜਾਣ, ਜੜ ਵੱਢੀ ਜਾਏ, ਰੁੱਖ ਸੁੱਕ ਜਾਂਦਾ ਹੈ। ਤੇ ਜਿਹੜੀਆਂ ਟਾਹਣੀਆਂ ਨੇ, ਉਹਦਾ ਬਾਕੀ ਸਰੀਰ ਹੈ। ਟਾਹਣੀ ਵੱਢ ਦਿਓ, ਉਹਨੂੰ ਕੁਝ ਨਹੀਂ ਹੁੰਦਾ। ਤੋ ਇਸ ਤਰ੍ਹਾਂ ਦਰਖਤ ਦਾ ਜਿਹੜਾ ਸਿਰ ਹੈ, ਮੂਲ ਹੈ, ਉਹ ਧਰਤੀ ਵਿੱਚ ਹੈ, ਤੇ ਬਾਕੀ ਸ਼ਾਖਾ ਰੂਪ ਸਰੀਰ ਉਹਦਾ ਬਾਹਰ ਹੈ। ਘਟ ਮਹਿ ਸਿੰਧ ਕੀਓ ਪਰਗਾਸ। ਪਰਮਾਤਮਾ ਨੇ ਕਿਰਪਾ ਕੀਤੀ, ਇਹ ਸਰੀਰ ਰੂਪੀ ਘੜੇ ਵਿੱਚ ਸਿੰਧ ਕਹੀਏ ਸਮੁੰਦਰ ਰੂਪ ਵਾਹਿਗੁਰੂ ਨੇ ਆਪਣੀ ਅੰਸ਼, ਆਪਣੀ ਜੋਤ ਇਹ ਸਰੀਰ ਰੂਪੀ ਘਰ ਵਿੱਚ ਆਤਮਾ ਦੇ ਰੂਪ ਅੰਦਰ ਟਿਕਾਈ ਹੈ। ਐਸਾ ਸਮਰੱਥ ਹਰਿ ਜੀਓ ਆਪ। ਇਹ ਸਾਰਾ ਕੁਝ ਕਰਨ ਤੇ ਕਰਾਉਣ ਵਾਲਾ ਸਮਰੱਥ ਵਾਹਿਗੁਰੂ ਹੈ। ਇਹ ਅਚਰਜ ਬਾਤਾਂ ਨੇ ਜੋ ਵਾਹਿਗੁਰੂ ਦੀ ਕਲਾ ਦੇ ਨਾਲ ਹੋ ਰਹੀਆਂ ਨੇ। ਵਾਹਿਗੁਰੂ ਹੀ ਕਰ ਰਿਹਾ। ਉਹਦੇ ਹੁਕਮ ਵਿੱਚ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸਾਰਾ ਕੁਝ ਉਸ ਮਾਲਕ ਦੇ ਹੁਕਮ ਵਿੱਚ ਹੋ ਰਿਹਾ ਹੈ। ਇੰਨੀ ਸਮਰੱਥਾ ਦਾ ਮਾਲਕ ਉਹ ਵਾਹਿਗੁਰੂ ਆਪ ਹੈ। ਨਿਮਖ ਨ ਬਿਸਰਾ ਜੀ ਭਗਤਨ ਕਾ
ਆਠ ਪਹਿਰ ਮਨਤਾ ਕੋ ਜਾਪ। ਜਿਸ ਤਰ੍ਹਾਂ ਪਵਿੱਤਰ ਮੁੱਖ ਵਾਕ ਵਿੱਚ ਵੀ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦਾ ਨਾਮ ਜਪਣਾ। ਮਨਮੁਖ ਰੱਬ ਦੇ ਨਾਮ ਤੋਂ ਦੂਰ ਭੱਜਦਾ, ਵਾਹਿਗੁਰੂ ਦਾ ਨਾਮ ਛੱਡ ਕੇ ਨਾ ਹੋਰ ਖਿਨ ਭੰਗਰ ਸੁੱਖਾਂ ਦੇ ਪਿੱਛੇ ਲੱਗ ਕੇ ਉਹਨਾਂ ਸੁੱਖਾਂ ਦੇ ਪਿੱਛੇ ਦੌੜਿਆ ਫਿਰਦਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਤੇ ਜਿਹੜਾ ਗੁਰਮੁਖ ਹੈ ਉਹ ਮਾਇਆ ਦੇ ਪਿੱਛੇ ਨਹੀਂ ਦੌੜਦਾ, ਉਹ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਤੇ ਵਾਹਿਗੁਰੂ ਫਿਰ ਕਿਰਪਾ ਕਰਦਾ ਹੈ। ਜਿਹੜਾ ਵਾਰ-ਵਾਰ ਜਪਦਾ, ਵਾਰ-ਵਾਰ ਜਪਦਾ, ਜਪਦਿਆਂ ਜਪਦਿਆਂ ਜਪਣ ਵਾਲੇ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦਾ ਸਦੀਵ ਕਾਲ ਲਈ ਨਿਵਾਸ ਹੋ ਜਾਂਦਾ ਹੈ। ਰਹਾਉ। ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਾਨੂੰ ਪਰਮਾਤਮਾ ਦਾ ਨਾਮ ਜਪਣ ਦੀ ਤਾਕੀਦ ਕੀਤੀ ਹੈ। ਪ੍ਰਥਮੇ ਮਾਖਣ ਪਾਛਾ ਦੂਧ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਚਰਜ ਵਡਿਆਈ ਹੈ। ਜੀਵ ਮਾਤਾ ਦੇ ਗਰਭ ਵਿੱਚ ਆਉਂਦਾ ਹੈ, ਪਰਮਾਤਮਾ ਉਹਦੇ ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਪਹਿਲਾਂ ਮਾਤਾ ਦੇ ਅਸਥਨਾ ਵਿੱਚ ਮੱਖਣ ਰੂਪ ਉਹ ਦੁੱਧ ਹੁੰਦਾ ਹੈ। ਜਦੋਂ ਬਾਲਕ ਦਾ ਜਨਮ ਹੁੰਦਾ ਹੈ ਉਹ ਫਿਰ ਪਿਘਲ ਕੇ ਉਹਦੀ ਖੁਰਾਕ ਬਣ ਜਾਂਦਾ, ਉਹਨੂੰ ਦੁੱਧ ਦੀ ਪ੍ਰਾਪਤੀ ਹੁੰਦੀ ਹੈ। ਮੈਲੂ ਕੀਨੋ ਸਾਬੁਨ ਸੂਦ। ਮਾਤਾ ਦੇ ਗਰਭ ਵਿੱਚ ਪਿਤਾ ਦੇ ਮਲੀਨ ਕਤਰੇ ਮਲੀਨ ਬਿੰਦ ਤੋਂ, ਮਾਤਾ ਦੇ ਖੂਨ ਦੀਆਂ ਕੁਝ ਬੂੰਦਾਂ ਤੋਂ ਇਹਦੀ ਘਾੜਤ ਘੜੀ ਗਈ। ਪਰ ਪਰਮਾਤਮਾ ਨੇ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਇਹਨੂੰ ਸਾਜਿਆ ਵੀ, ਇਹਨੂੰ ਸਵਾਰਿਆ ਵੀ, ਇਹਨੂੰ ਫਿਰ ਉੱਤੇ ਚਮੜੀ ਦਾ ਲੇਪ ਕਰਕੇ ਸ਼ਿੰਗਾਰ ਦਿੱਤਾ। ਜਿਵੇਂ ਸਾਬਣ ਦੇ ਨਾਲ ਸ਼ੁੱਧ ਹੁੰਦਾ ਹੈ ਨਾ, ਸਾਫ਼ ਹੋ ਜਾਂਦਾ ਹੈ, ਇਸ ਤਰ੍ਹਾਂ ਇਸ ਕਾਇਆ ਨੂੰ ਪਰਮਾਤਮਾ ਨੇ ਨਿਰਮਲ ਤੇ ਬਾਹਰੋਂ ਚਿੱਟਾ ਉਜਲਾ ਬਣਾ ਦਿੱਤਾ। ਭੈ ਤੇ ਨਿਰਭਉ ਡਰਤਾ ਫਿਰੈ। ਪਰ ਮਹਾਰਾਜ ਕਹਿੰਦੇ ਵੀ ਵੇਖੋ ਰੱਬ ਦੇ ਨਾਮ ਤੋਂ ਹੀਣੇ ਮਨੁੱਖ ਦੀ ਹਾਲਤ ਕੀ ਹੈ। ਸੀ ਤੇ ਇਹ ਪਰਮਾਤਮਾ ਦੀ ਅੰਸ਼, ਪਰਮਾਤਮਾ ਆਪ ਨਿਰਭਉ ਹੈ, ਇਹ ਨਿਰਭਉ ਦੀ ਅੰਸ਼ ਸੀ। ਪਰ ਇਹ ਕੀ ਕਰਦਾ ਹੈ, ਇਹ ਸਾਰੀ ਜ਼ਿੰਦਗੀ ਬਾਹਰੋਂ ਭੈ ਤੋਂ, ਮਾਇਆ ਤੋਂ, ਕਿਤੇ ਕਾਮ ਤੋਂ, ਕਿਤੇ ਕ੍ਰੋਧ ਤੋਂ, ਲੋਭ ਤੋਂ, ਹੰਕਾਰ ਤੋਂ ਡਰਦਾ ਫਿਰਦਾ ਹੈ। ਹੁੰਦੀ ਕੋ ਅਨਹੋਦੀ ਹਿਰਾ। ਤੇ ਫਿਰ ਕੀ ਕਰਦਾ, ਭੁਲੇਖੇ ਵਿੱਚ ਜੀਂਦਾ। ਮੌਤ ਆਉਣੀ ਹੀ ਆਉਣੀ ਹੈ, ਇੱਕ ਦਿਨ ਮਰਨਾ ਹੀ ਹੈ, ਉਹ ਪੱਕੀ ਹੈ, ਉਹ ਹੋਂਦ ਹੈ ਉਹਦੀ, ਉਹਨੇ ਆਉਣਾ। ਉਹਨੂੰ ਇਹ ਅਣਹੋਂਦੀ ਮੰਨਦਾ ਵੀ ਨਹੀਂ, ਹੋਰ ਕੋਈ ਮਰਦਾ ਤੇ ਮਰੇ, ਮੈਂ ਥੋੜ੍ਹੀ ਮਰਨਾ। ਇਸੇ ਕਰਕੇ ਤੇ ਬੰਦਾ ਰੱਬ ਵਾਲੇ ਪਾਸੇ ਨਹੀਂ ਨਾ ਹੁੰਦਾ। ਅਜੇ ਬੜੀ ਉਮਰ ਪਈ ਹੈ, ਫਿਰ ਜਪ ਲਾਂਗੇ, ਬੜੀ ਉਮਰ ਪਈ ਹੈ, ਫਿਰ ਅੰਮ੍ਰਿਤ ਛਕ ਲਾਂਗੇ। ਜਿਹੜੀ ਮੌਤ ਲਾਜ਼ਮੀ ਆਉਣੀ ਹੈ ਉਹਨੂੰ ਵਿਸਾਰ ਕੇ ਜੀਂਦਾ ਹੈ। ਦੇਹੀ ਗੁਪਤ ਵਿਦੇਹੀ ਦੀਸਾ। ਪਰਮਾਤਮਾ ਦੀ ਅੰਸ਼ ਜੀਵ ਆਤਮਾ ਇਹਦੇ ਅੰਦਰ ਜਿਹੜੀ ਗੁਪਤ ਹੈ ਤੇ ਇਹ ਨਾਸਵੰਤ ਸਰੀਰ ਇਹਦਾ ਬਾਹਰ ਪ੍ਰਗਟ ਪ੍ਰਤੱਖ ਦਿਖ ਰਿਹਾ ਹੈ। ਸਗਲੇ ਸਾਜ ਕਰਤ ਜਗਦੀਸਾ। ਇਹ ਸਾਰਾ ਕੁਝ ਕੌਣ ਕਰ ਰਿਹਾ ਹੈ? ਮਿੱਟੀ ਤੋਂ ਇਹ ਕਾਇਆ ਬਣਾ ਦੇਣੀ। ਕੋਈ ਆਖੇ ਨਾ ਪਰਮਾਤਮਾ ਦੀ ਤਾਕਤ ਕੀ ਹੈ, ਰੱਬ ਕੀ ਕਰਦਾ? ਜੇ ਕੋਈ ਚਮਤਕਾਰ ਵੇਖਣਾ ਰੱਬ ਦਾ, ਕਿਹੜਾ ਚਮਤਕਾਰ ਹੈ? ਮਹਾਰਾਜ ਕਹਿੰਦੇ ਕਿਤੇ ਹੋਰ ਜਾ ਕੇ ਵੇਖਣ ਦੀ ਲੋੜ ਨਹੀਂ, ਤੂੰ ਆਪਣੇ ਆਪ ਨੂੰ ਵੇਖ ਲੈ। ਇਹ ਤੇਰਾ ਸਰੀਰ ਉਹਨੇ ਕਿੱਥੋਂ ਬਣਾ ਦਿੱਤਾ? ਮਿੱਟੀ ਤੋਂ ਉਹਨੇ ਇਹ ਘਾੜਤ ਘੜ ਦਿੱਤੀ। ਇਹ ਮਿੱਟੀ ਬੋਲਦੀ ਹੈ, ਮਿੱਟੀ ਸੁਣਦੀ ਹੈ, ਮਿੱਟੀ ਵੇਖਦੀ ਹੈ। ਇਹ ਉਸ ਵਾਹਿਗੁਰੂ ਹੀ ਪਰਮਾਤਮਾ ਦੀ ਹੀ ਤਾਕਤ ਹੈ ਕਿ ਉਸਨੇ ਸਭ ਕੁਝ ਕੀਤਾ ਹੈ। ਠਗਣ ਹਾਰ ਅਨਠਗਦਾ ਠੱਗ। ਇਹ ਆਪ ਪਰਮਾਤਮਾ ਦੀ ਅੰਸ਼ ਸੀ, ਇਹ ਠੱਗਿਆ ਜਾਣ ਵਾਲਾ ਨਹੀਂ ਸੀ। ਪਰ ਵਾਹਿਗੁਰੂ ਨੂੰ ਵਿਸਾਰ ਕੇ ਇਹ ਮਾਇਆ ਦੇ ਹੱਥੋਂ, ਪਾਪਾਂ ਬੁਰਾਈਆਂ ਦੇ ਹੱਥੋਂ ਇਹਨੇ ਆਪਣੇ ਆਪ ਨੂੰ ਠਗਾ ਲਿਆ। ਬਿਨ ਵਖਰ ਫਿਰ ਉਠ ਲਾਗਾ। ਪਰਮਾਤਮਾ ਦੇ ਨਾਮ ਰੂਪ ਸੌਦੇ ਤੋਂ ਬਿਨਾ, ਵਖਰ ਤੋਂ ਬਿਨਾ, ਪਰਮਾਤਮਾ ਦੇ ਨਾਮ ਰੂਪ ਸੰਚੇ ਕੀਤੇ, ਇਕੱਠੇ ਕੀਤੇ ਸੌਦੇ ਤੋਂ ਬਿਨਾ, ਰੱਬ ਦੇ ਨਾਮ ਦੀ ਕਮਾਈ ਤੋਂ ਬਿਨਾ, ਫਿਰ ਮੁੜ ਕੇ ਪਾਪਾਂ ਵੱਲ,
ਬੁਰਾਈਆਂ ਵੱਲ ਭੱਜਦਾ ਹੈ। ਸੰਤ ਸਭਾ ਮਿਲ ਕਰੋ ਬਖਿਆਣ। ਸਾਹਿਬ ਜੀ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪਣਾ, ਗੁਰੂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦਾ ਜ਼ਿਕਰ ਕਰਨਾ ਤੇ ਸੁਣਨਾ ਹੈ। ਸਿਮ੍ਰਿਤ ਸਾਸਤ ਵੇਦ ਪੁਰਾਣ। 27 ਸਿਮਰਤੀਆਂ, 6 ਸ਼ਾਸਤਰ, 4 ਵੇਦ ਤੇ 18 ਪੁਰਾਣ ਵੀ ਇਹੀ ਸਮਝਾਉਂਦੇ ਹਨ। ਬ੍ਰਹਮ ਵਿਚਾਰ ਵਿਚਾਰੇ ਕੋਏ। ਗੁਰੂ ਦੀ ਸੰਗਤ ਵਿੱਚ ਆ ਕੇ ਜਿਹੜਾ ਵੀ ਕੋਈ ਬ੍ਰਹਮ ਦੀ, ਪ੍ਰਮਾਤਮਾ ਦੀ ਵਿਚਾਰ, ਉਹਦੇ ਨਾਮ ਦੀ ਵਿਚਾਰ ਕਰਦਾ ਤੇ ਸੁਣਦਾ ਹੈ। ਨਾਨਕ ਤਾਕੇ ਪਰਮ ਗਤ ਹੋਏ। ਸਾਹਿਬ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਉਹਦੀ ਕਲਿਆਣ ਹੋ ਜਾਂਦੀ ਹੈ, ਉਹਦਾ ਭਲਾ ਹੋ ਜਾਂਦਾ ਹੈ। ਦੁਨੀਆ ਤੇ ਆਉਣ ਦਾ, ਜਨਮ ਲੈਣ ਦਾ ਉਹਦਾ ਮੰਤਵ, ਮਨੋਰਥ ਪੂਰਾ ਹੋ ਜਾਂਦਾ ਹੈ। ਦੋਨਾਂ ਸ਼ਬਦਾਂ ਵਿੱਚ ਹੀ ਸਤਿਗੁਰੂ ਜੀ ਨੇ ਪ੍ਰਮਾਤਮਾ ਦੇ ਨਾਮ ਦਾ ਜ਼ਿਕਰ ਕੀਤਾ। ਪ੍ਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਦਾ ਭਲਾ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਿਰਪਾ ਕਰਨ। ਸਤਿਗੁਰੂ ਜੀ ਦੇ ਅੰਮ੍ਰਿਤਮਈ ਬੋਲਾਂ ਦਾ ਭਾਵ ਸਾਡੇ ਹਿਰਦਿਆਂ ਵਿੱਚ ਵਸੇ। ਪਰਮਾਤਮਾ ਦਾ ਨਾਮ ਜਪ ਕੇ ਜੀਵਨ ਸਫਲ ਹੋ ਸਕੇ ਜੀ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਮੂਹ ਗੁਰੂ ਕੀ ਸੰਗਤ ਦਾ ਹਾਰਦਿਕ ਤੌਰ ਤੇ